बिस्मिल्लाहिर्रहमानिर्रहीम। अस्सलामु अलैकुम व रहमतुल्लाहि व बरकातहू। की हाल चाल है जी? ठीक ठाक। उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिस्सो ईमान दे विच रखे। अज दे वीलॉग दे विच मैं तुहानूं जिहड़ा कराची डिफेंस दे विच कतल होया सी मुस्तफा आमर दा, ਉਹਦੇ ਮੁਤਲਕ रोज़ नवीं गल्लां निकल के बाहर आ रही ਤੇ ਉਹ ਮੀਡੀਆ ਦੇ ਨਾਲ ਉਹਦਾ ਇੰਟਰਵਿਊ ਵੀ ਹੋਇਆ ਸੀ ਜਿਹੜਾ ਕਾਤਲ ਸੀ ਅਰਮਗਾਨ ਦਾ ਤੇ ਸ਼ਿਰਾਜ਼ ਦਾ ਵੀ, ਉਹ ਸਾਰੀ ਤਫਸੀਲਾਤ। ਉਸ ਤੋਂ ਇਲਾਵਾ ਉਹਦੀ ਕਬਰ ਕੁਸ਼ਾਈ ਦਾ ਜਿਹੜਾ ਉਹ ਆਰਡਰ ਹੋ ਗਿਆ ਸੀ, ਅਦਾਲਤ ਨੇ ਆਰਡਰ ਦੇ ਦਿੱਤਾ ਸੀ ਕਬਰ ਕੁਸ਼ਾਈ ਦਾ ਵੀ ਇਹਦੀ ਕਬਰ ਕੁਸ਼ਾਈ ਕਰੋ ਔਰ ਉਹਦੀ ਪੋਸਟਮਾਰਟਮ ਤਿਆਰ ਕਰੋ ਰਿਪੋਰਟ ਜਿਹੜੀ ਆ। ਤੇ ਉਹ ਕੀ ਮਾਮਲਾ ਆ। ਉਸ ਤੋਂ ਇਲਾਵਾ ਮੀਡੀਆ ਤੇ ਬੜੀ ਖਬਰ ਫੈਲੀ ਹੋਈ ਕਿ ਉਹਦੀ ਲਾਸ਼ ਨੂੰ ਜਿਹੜੀ ਗੱਡੀ ਦੇ ਵਿੱਚ ਰੱਖ ਕੇ ਅੱਗ ਲਾ ਦਿੱਤੀ ਗਈ ਸੀ, ਲੇਕਿਨ ਜਿਹੜਾ ਫੈਸਲੀ ਦੀ ਆ ਜਿਹਨੇ ਉਸ ਲਾਸ਼ ਨੂੰ ਦਫਨਾਇਆ ਆ, ਉਹ ਦੱਸਦਾ ਕਿ ਉਸ ਲਾਸ਼ ਦੇ ਵਿੱਚ ਉਹਦੇ ਨਾ ਬਾਜ਼ੂ ਸੀ ਤੇ ਨਾ ਸਰ ਸੀ ਤੇ ਨਾ ਲੱਤਾਂ ਟੰਗਾਂ ਸੀ ਤੇ ਸਿਰਫ ਇੱਕ ਧੜ ਸੀ ਜਿਹੜਾ ਮੈਨੂੰ ਦਿੱਤਾ ਗਿਆ, ਮੈਂ ਉਹਨੂੰ ਦਫਨਾਤਾ ਸੀ। ਤੇ ਇੱਕ ਹੋਰ ਮਾਮਲਾ ਕਿ ਇੱਕ ਲੜਕੀ ਜਿਹੜੀ ਰਿਮਸ਼ਾ ਸ਼ਾਹਦ ਸੀ ਤੇ ਉਹਨਾਂ ਦੇ ਦਰਮਿਆਨ ਲੜਾਈ ਦੀ ਵਜ੍ਹਾ ਉਹ ਬਣੀ ਤੇ ਉਹਦਾ ਕੀ ਮਾਮਲਾ, ਉਹ ਸਾਰੀ ਤਫਸੀਲਾਤ ਹੁਣ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗਾ। ਤੇ ਨਾਲ ਨਾਲ ਚੈਨਲ ਵੀ ਥੋੜ੍ਹਾ ਜਿਹਾ ਅੱਗੇ ਨੂੰ ਤੋੜ ਦਿਆ ਕਰੋ, ਬੜੀ ਮਿਹਰਬਾਨੀ ਆ। ਤੇ ਇਹ ਵਾਕਿਆ ਜਿਹੜਾ ਤੁਹਾਨੂੰ ਪਤਾ 6 ਜਨਵਰੀ ਨੂੰ ਪੇਸ਼ ਆਇਆ ਸੀ, ਜਿਹਦੇ ਵਿੱਚ ਮੁਸਤਫਾ ਆਮਰ ਨੂੰ ਅਰਮਗਾਨ ਨੇ ਕਤਲ ਕਰ ਦਿੱਤਾ ਸੀ। ਫਿਰ ਉਹਦਾ ਦੋਸਤ ਜਿਹੜਾ ਸ਼ਿਰਾਜ਼ ਬੁਖਾਰੀ ਸੀ ਉਹ ਫੜਿਆ ਗਿਆ ਸੀ ਤੇ ਉਹਨੇ ਫਿਰ ਬੜੇ ਇਨਕਸ਼ਾਫਾਤ ਕੀਤੇ ਸੀ ਸ਼ਿਰਾਜ਼ ਬੁਖਾਰੀ ਨੇ। ਉਹ ਫਿਰ ਦੱਸਿਆ ਸੀ ਸਾਰਾ ਕੁਝ। ਇਹ ਕਤਲ ਕਰਨੇ ਤੋਂ ਬਾਅਦ ਫਿਰ ਦੋਰੈਜੀ ਲੈ ਗਏ ਸੀ, ਉੱਥੇ ਜਾ ਕੇ ਫਿਰ ਇਹਨੂੰ ਦੱਸਦੇ ਨੇ ਕਿ ਲਾਸ਼ ਨੂੰ ਗੱਡੀ ਦੇ ਵਿੱਚ ਰੱਖ ਕੇ ਅੱਗ ਲਾ ਦਿੱਤੀ ਸੀ। ਤੇ ਲੇਕਿਨ ਫੈਸਲੇ ਦੀ ਜਿਹੜਾ ਜਿਹਨੇ ਇਸ ਨੂੰ ਦਫਨਾਇਆ ਆ, ਕਿਉਂਕਿ ਪੁਲਿਸ ਨੇ ਜਦੋਂ ਇਹ ਰਿਕਵਰ ਕੀਤੀ ਗੱਡੀ ਵੀ ਤੇ ਲਾਸ਼ ਵੀ, ਤੇ ਇਹਨੇ ਫੈਸਲ ਈਦੀ ਨੂੰ ਪੁਲਿਸ ਨੇ ਦੇ ਦਿੱਤੀ ਸੀ। ਫੈਸਲ ਈਦੀ ਕਹਿੰਦਾ ਕਿ ਮੈਂ ਜਦੋਂ ਇਸ ਲਾਸ਼ ਨੂੰ ਦਫਨਾਇਆ ਸਿਰਫ ਮੈਨੂੰ ਇੱਕ ਕੱਲਾ ਧੜ ਦਿੱਤਾ ਗਿਆ ਸੀ, ਉਹ ਧੜ ਮੈਂ ਕੱਲਾ ਦਫਨਾ ਦਿੱਤਾ। ਲੇਕਿਨ ਉਹ DNA ਟੈਸਟ ਸੀ ਜਿਹੜਾ ਉੱਥੋਂ ਕਾਰਪੈਟ ਤੋਂ ਖੂਨ ਮਿਲਿਆ ਸੀ ਤੇ ਉਹਦਾ ਜਦੋਂ ਟੈਸਟ ਕਰਾਇਆ ਉਹਦੀ ਮਾਂ ਦੇ ਖੂਨ ਦੇ ਨਾਲ DNA ਟੈਸਟ ਉਦੋਂ ਮਿਲ ਗਿਆ ਸੀ। ਉੱਥੋਂ ਪਤਾ ਲੱਗਦਾ ਸੀ ਕਿ ਇਹ ਲਾਸ਼ ਉਹਨਾਂ ਦੀ ਆ। ਲੇਕਿਨ ਹੁਣ ਕਬਰ ਕੁਸ਼ਾਈ ਵਾਸਤੇ ਉਹਨਾਂ ਦੀ ਵਾਲਦਾ ਨੇ ਮੁਸਤਫਾ ਆਮਰ ਦੀ ਨੇ ਦਰਖਾਸਤ ਦਿੱਤੀ ਸੀ, ਵਜੀਹਾ ਆਮਰ ਨੇ, ਕਿ ਮੇਰੇ ਬੇਟੇ ਦੀ ਲਾਸ਼ ਜਿਹੜੀ ਆ ਨਾ ਉਹਨੂੰ ਕਬਰ ਕੁਸ਼ਾਈ ਕਰਕੇ ਆਰਡਰ ਕੀਤਾ ਜਾਵੇ, ਪੋਸਟਮਾਰਟਮ ਕੀਤਾ ਜਾਵੇ ਤਾਂ ਕਿ ਜਿੰਨੇ ਵੀ ਹਕਾਇਕ ਨੇ ਨਵੇਂ ਸਾਹਮਣੇ ਆ ਸਕਣ। ਤੇ ਉਹ ਫਿਰ ਹਾਈ ਕੋਰਟ ਨੇ, ਅਦਾਲਤ ਨੇ ਜਿਹੜਾ ਆਰਡਰ ਸੈਕਟਰੀ ਸਿਹਤ ਨੂੰ ਕਰ ਦਿੱਤਾ ਸੀ ਕਿ ਇੱਕ ਮੈਡੀਕਲ ਬੋਰਡ ਤਸ਼ਕੀਲ ਦਿੱਤਾ ਜਾਵੇ ਔਰ ਉਸ ਬੋਰਡ ਦਾ ਇੱਕ ਸਰਬਰਾਹ ਮੁਕਰਰ ਕੀਤਾ ਜਾਵੇ ਤਾਂ ਕਿ ਇਹਦੀ ਕਬਰ ਕੁਸ਼ਾਈ ਕੀਤੀ ਜਾਵੇ। ਉਹ ਸੈਕਟਰੀ ਸਿਹਤ ਜਿਹੜਾ ਸਿੰਧ ਸੀ ਉਹਨੇ ਫਿਰ ਇੱਕ ਮੈਡੀਕਲ ਬੋਰਡ ਤਸ਼ਕੀਲ ਦਿੱਤਾ। ਉਸ ਬੋਰਡ ਦੇ ਜਿਹੜੇ ਸਰਬਰਾਹ ਬਣਾਇਆ ਗਿਆ ਉਹ ਡਾਕਟਰ ਸਮੀਆ ਸੈयद ਆ ਤੇ ਉਹ ਬੋਰਡ ਦੀ ਸਰਬਰਾਹ ਹੋਏਗੀ। ਤੇ ਇਸ ਬੋਰਡ ਦੇ ਵਿੱਚ ਫਿਰ ਇੱਕ ਐਡੀਸ਼ਨਲ ਪੁਲਿਸ ਸਰਜਨ ਆ ਡਾਕਟਰ ਸਰੀ ਚੰਦਰ ਤੇ ਉਸ ਤੋਂ ਇਲਾਵਾ MLO ਆ ਡਾਕਟਰ ਕਾਮਰਾਨ। ਇਹ 3 ਮੇਨ ਹੈਡ ਨੇ ਇਸ ਦੀ ਕਬਰ ਕੁਸ਼ਾਈ ਨੂੰ ਕਰਾਉਣਗੇ। ਤੇ ਇਹ ਆਰਡਰ 21 ਤਰੀਕ ਨੂੰ ਦਿੱਤਾ ਗਿਆ ਕਿ 21 ਤਰੀਕ ਨੂੰ 9 ਵਜੇ ਉਹਦੀ ਕਬਰ ਜਿਹੜੀ ਖੋਦੀ ਜਾਵੇ ਤੇ ਲਾਸ਼ ਬਾਹਰ ਕੱਢੀ ਜਾਵੇ, ਉਹਦਾ ਪੋਸਟਮਾਰਟਮ ਕੀਤਾ ਜਾਵੇ ਤੇ ਤਾਂ ਕਿ ਸਾਰੀ ਇਹ ਸੂਰਤ ਹਾਲ ਜਿਹੜੀ ਹੈ ਵਾਜ਼ਿਹ ਹੋ ਸਕੇ। ਕਿਉਂਕਿ ਜਦ ਤੱਕ ਪੋਸਟਮਾਰਟਮ ਰਿਪੋਰਟ ਸਾਹਮਣੇ ਨਹੀਂ ਆਉਂਦੀ ਫਿਰ ਸਾਰੀ ਗੱਲ ਵਾਜ਼ਿਹ ਹੋ ਜਾਏਗੀ। ਤੇ ਲੇਕਿਨ ਹੁਣ ਇਸ ਕੇਸ ਨੂੰ ਖਰਾਬ ਕਰਨ ਵਾਸਤੇ ਕਦੀ ਬਿਆਨ ਉਹ ਸ਼ਿਰਾਜ਼ ਬੁਖਾਰੀ ਨੇ ਇਹ ਨਹੀਂ ਦਿੱਤਾ ਕਿ ਅਸੀਂ ਕੱਲੀ ਸਿਰਫ ਧੜ ਸੀ ਉਹਦੇ ਵਿੱਚ, ਲੇਕਿਨ ਫੈਸਲ ਬੁਖਾਰੀ ਦੇ ਮੁਤਾਬਕ ਤਾਂ ਕੱਲੀ ਧੜ ਸੀ ਤੇ ਉਹਨੇ ਇਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਸ਼ਿਰਾਜ਼ ਬੁਖਾਰੀ ਨੇ ਕਿ ਉਹਦੀਆਂ ਲੱਤਾਂ ਲਹਿਦਾ ਕੀਤੀਆਂ ਗਈਆਂ ਜਾਂ ਉਹਦੀਆਂ ਬਾਜ਼ੂ ਜਾਂ ਸਾਰਾ ਲਹਿਦਾ ਕੀਤਾ ਗਿਆ। ਹੁਣ ਪਤਾ ਨਹੀਂ ਇਸ ਕੇਸ ਦੇ ਵਿੱਚ ਕੀ ਇਨਕਸ਼ਾਫਾਤ ਨਵੇਂ ਆਣਗੇ, ਯਾਨੀ ਮੁਖਤਲਿਫ ਬਿਆਨਾਤ ਦਿੱਤੇ ਜਾਂਦੇ ਨੇ। ਤੇ ਉਹ ਜਿਹੜਾ ਅਰਮਗਾਨ ਆ ਉਹ ਇੱਥੇ ਪੁਲਿਸ ਕੋ ਮੰਨ ਜਾਂਦਾ, ਅਦਾਲਤ ਜਾ ਕੇ ਮੁਕਰ ਜਾਂਦਾ ਕਿ ਮੈਂ ਨਹੀਂ ਮਾਰਿਆ ਹੈਗਾ। ਉਹ ਜਦੋਂ ਉਹਨੂੰ ਰਿਮਾਂਡ ਉੱਥੇ ਲੈਣ ਵਾਸਤੇ ਪੇਸ਼ ਕੀਤਾ ਗਿਆ ਜੱਜ ਦੇ ਕੋਲ, ਜੱਜ ਨੇ ਪੁੱਛਿਆ ਵੀ ਤੇਰੇ ਤੇ ਤਸ਼ੱਦਦ ਹੋਇਆ? ਉਹਨੇ ਕਿਹਾ ਹੋਇਆ। ਜੱਜ ਨੇ ਹੋਰ ਇਸ ਤਰ੍ਹਾਂ ਗੱਲਾਂ ਕਰ ਰਿਹਾ ਸੀ ਅਜੇ ਅਰਮਗਾਨ ਜਿਹੜਾ ਨਾ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਥੱਲੇ।
जिस वेले डिग जांदा ਉਹਨੂੰ ਫਿਰ ਪਾਣੀ ਪੂਣੀ ਦੇ ਛੱਟੇ ਮਾਰਦੇ ਉਹਦੇ ਮੂੰਹ ਤੇ, ਉਹਨੂੰ ਚੁੱਕ ਕੇ ਤੇ ਫੱਟੇ ਤੇ ਪਾਉਂਦੇ ਨੇ। ਫਿਰ ਜੱਜ ਨੇ ਪੁਲਿਸ ਨੂੰ ਪੁੱਛਿਆ ਕਿ ਤੁਸੀਂ ਇਹਦਾ ਮਜ਼ੀਦ ਰਿਮਾਂਡ ਕਿਉਂ ਲੈਣਾ ਚਾਹੁੰਦੇ ਨੇ। ਪੁਲਿਸ ਨੇ ਕਿਹਾ ਕਿ ਅਸੀਂ ਮਜ਼ੀਦ ਦੀ ਤਫਤੀਸ਼ ਕਰਨੀ ਚਾਹੁੰਦੇ ਹਾਂ ਇਸ ਕੇਸ ਦੀ ਕਿ ਇਹਦੇ ਵਿੱਚ ਹੋਰ ਕੌਣ-ਕੌਣ ਮੁਲੱਵਸ ਆ ਔਰ ਕਿਵੇਂ ਇਹ ਕੇਸ ਅੱਗੇ ਚੱਲੇਗਾ ਜਦ ਤੱਕ ਰਿਮਾਂਡ ਨਹੀਂ ਤੁਸੀਂ ਦਵੋਗੇ। ਇਹ ਪੁਲਿਸ ਜਿਹੜੀ ਹੈ ਜੱਜ ਕੋਲ 1 ਮਹੀਨੇ ਦਾ ਰਿਮਾਂਡ ਮੰਗਦੀ ਸੀ, ਲੇਕਿਨ ਜੱਜ ਨੇ 4 ਦਿਨ ਦਾ ਫਿਰ ਰਿਮਾਂਡ ਦੇ ਦਿੱਤਾ ਵੀ ਅਜੇ ਉਹਨਾਂ ਨੇ ਕਿਹਾ ਕਿ ਉਹ ਜਿਹਦੇ ਨਾਲ ਕਤਲ ਕੀਤਾ ਆਲਾ ਉਹ ਬਰਾਮਦ ਕਰਾਉਣਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਪੁਲਿਸ ਨੇ ਦੱਸੀਆਂ ਜੱਜ ਨੂੰ। ਜੱਜ ਨੇ ਫਿਰ 4 ਦਿਨ ਦਾ ਰਿਮਾਂਡ ਦੇ ਦਿੱਤਾ। ਇਸ ਕੇਸ ਦੇ ਵਿੱਚ ਇੱਕ ਹੋਰ ਨਵੀਂ ਗੱਲ ਨਿਕਲ ਕੇ ਆਈ ਆ ਕਿ ਉਹ ਜਿਹੜੀ ਮੁਸਤਫਾ ਆਮਰ ਦੀ ਵਾਲਦਾ ਸੀ ਨਾ, ਵਜੀਆ ਆਮਰ, ਉਹਨੇ ਵੀ ਇੱਕ ਇੰਟਰਵਿਊ ਦਿੱਤਾ। ਉਹਨੇ ਦਿੱਤਾ ਇੰਟਰਵਿਊ ਕਿ ਇਹ ਜਿਹੜਾ ਝਗੜਾ ਸਾਰਾ ਮਾਮਲਾ ਨਾ ਜਿਹੜਾ ਇੱਕ ਲੜਕੀ ਤੋਂ ਸ਼ੁਰੂ ਹੋਇਆ ਸੀ ਕਿ ਇੱਕ ਰਿਮਸ਼ਾ ਸ਼ਾਹਿਦ ਲੜਕੀ ਸੀ, ਉਹ ਮੇਰੇ ਬੇਟੇ ਨਾਲ ਪਿਛਲੇ 2-3 ਸਾਲ ਤੋਂ ਯਾਨੀ ਉਹਦੇ ਨਾਲ ਤਾਲੁਕਾਤ ਸੀ ਤੇ ਉਹ ਇਹਦੇ ਨਾਲ ਹੀ ਇੱਕ ਦੂਜੇ ਦੇ ਨਾਲ ਬਹਿਣਾ ਉੱਠਣਾ ਸੀ ਤੇ ਉਹਦਾ ਤਾਲੁਕਾਤ ਫਿਰ ਅਰਮਗਾਨ ਦੇ ਨਾਲ ਵੀ ਬਣ ਗਏ ਕਿ ਕਿਉਂਕਿ ਉਹ ਜਦੋਂ ਇਕੱਠੇ ਦੋਸਤ ਬੰਦੇ ਸੀ ਉਹ ਵੀ ਲੜਕੀ ਆਂਦੀ ਸੀ। ਉਹ ਵਜੀਆ ਆਮਰ ਦੱਸਦੀ ਆ ਕਿ ਉਹ ਲੜਕੀ ਨੇ ਮੇਰੇ ਬੇਟੇ ਨੂੰ ਨਸ਼ੇ ਤੇ ਲਾਇਆ, ਮੁਸਤਫਾ ਆਮਰ ਨੂੰ, ਤੇ ਉਧਰੋਂ ਜਿਹੜਾ ਉਹ ਮੁਸਤਫਾ ਆਮਰ ਨੂੰ ਮਾਰਨੇ ਵਾਲਾ ਆ ਅਰਮਗਾਨ, ਉਹਦਾ ਵਾਲਦ ਇਲਜ਼ਾਮ ਲਾਉਂਦਾ ਕਿ ਇਹ ਜਿਹੜਾ ਮੁਸਤਫਾ ਆਮਰ ਆ ਨਾ ਇਹ ਮੇਰੇ ਬੇਟੇ ਨੂੰ ਨਸ਼ਾ ਵੇਚਦਾ ਹੁੰਦਾ ਸੀ। 5 ਗ੍ਰਾਮ ਨਸ਼ਾ ਸੀ ਜਿਹੜਾ 2.5 ਲੱਖ ਦਾ ਦਿੰਦਾ ਸੀ ਤੇ ਹੁਣ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਨੇ। ਉਹ ਕਹਿੰਦਾ ਉਹਨੇ ਨਸ਼ੇ ਤੇ ਲਾਇਆ, ਉਹ ਕਹਿੰਦਾ ਉਹਨੇ ਨਸ਼ੇ ਤੇ ਲਾਇਆ। ਲੇਕਿਨ ਇਹ ਜਿਹੜਾ ਸ਼ਰਾਜ਼ ਬੁਖਾਰੀ ਸੀ ਨਾ ਇਹਦਾ ਮੁਲਾਜ਼ਮ ਸੀ ਅਰਮਗਾਨ ਦਾ, ਇਹਦਾ ਦੋਸਤ ਕੋਈ ਨਹੀਂ ਸੀ ਤੇ ਅਰਮਗਾਨ ਕਹਿੰਦਾ ਨਾ ਮੈਂ ਸ਼ਰਾਜ਼ ਨੂੰ ਜਾਣਦਾ। ਇੰਟਰਵਿਊ ਦੇ ਵਿੱਚ ਉਹਨੇ ਜਦੋਂ ਅਦਾਲਤੀ ਪੇਸ਼ੀ ਤੇ ਆਇਆ ਉਹਨੇ ਕਿਹਾ ਨਾ ਜਿਹੜਾ ਮੁਸਤਫਾ ਮਰਿਆ ਉਹਨੂੰ ਜਾਣਦਾ, ਕਿਉਂਕਿ ਇਹ ਸਾਰੇ ਬੰਦੇ ਜਿਹੜੇ ਨੇ ਨਾ ਇਹ ਲੈਪਟਾਪ ਦੇ ਵਿੱਚ ਮੇਰਾ ਕੋਈ 1 ਕਰੋੜ ਦਾ ਸਾਫਟਵੇਅਰ ਸੀ, ਉਹਦੇ ਪਿੱਛੇ ਸਾਰੇ ਇਹ ਮੇਰੇ ਨੱਸੇ ਫਿਰਦੇ ਸੀ, ਉਹਨੂੰ ਕਬਜ਼ਾ ਕਰਨਾ ਚਾਹੁੰਦੇ ਸੀ। ਤੇ ਉਹਦਾ ਵਾਲਦ ਜਿਹੜਾ ਦੱਸਦਾ ਕਿ ਜਦੋਂ ਮੇਰੇ ਬੇਟੇ ਦਾ ਮੈਨੂੰ ਫੋਨ ਆਇਆ ਕਿ ਪੁਲਿਸ ਨੇ ਹਮਲਾ ਕਰਤਾ ਤੇ ਇਸ ਤਰ੍ਹਾਂ ਪਾਪਾ ਕਹਿੰਦਾ ਮੈਂ ਉਦੋਂ ਛਾਂਗਾ ਮਾਂਗਾ ਦੇ ਵਿੱਚ ਸੀ। ਕਾਮਰਾਨ ਕੁਰੈਸ਼ੀ ਸਾਹਿਬ ਕਹਿੰਦੇ ਕਿ ਮੈਂ ਛਾਂਗਾ ਮਾਂਗਾ ਤੋਂ ਫਿਰ ਗਿਆ ਤੇ ਮੇਰਾ ਬੇਟਾ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਸੀ ਜਾਣਦਾ। ਇਹ ਸਾਰੇ ਇਸ ਤਰ੍ਹਾਂ ਹੀ ਉਹ ਜਿਹੜਾ 1 ਕਰੋੜ ਦਾ ਕੋਈ ਸਾਫਟਵੇਅਰ ਆ ਉਹਨੂੰ ਲੈਣ ਦੇ ਮਾਰੇ ਨੱਸੇ ਫਿਰਦੇ ਸੀ ਤੇ ਇੰਨੀਆਂ ਮਹਿੰਗੀਆਂ ਗੱਡੀਆਂ, ਇੰਨਾ ਮਹਿੰਗਾ ਅਸਲਾ ਤੇ ਉਹ ਡਿਫੈਂਸ ਵਾਲਾ ਬੰਗਲਾ ਜਿਹੜਾ ਕਿਰਾਏ ਤੇ ਲਿਆ ਸੀ। ਹੁਣ ਇਹਨਾਂ ਦੇ ਆਪਸ ਵਿੱਚ ਹੀ ਸਾਰਿਆਂ ਦੇ ਬਿਆਨ ਹੀ ਨਹੀਂ ਰਲਦੇ। ਸ਼ਰਾਜ਼ ਬੁਖਾਰੀ ਹੋਰ ਬਿਆਨ ਦੇ ਰਿਹਾ, ਮੁਸਤਫਾ ਆਮਰ ਨੂੰ ਜਿਹਨੇ ਮਾਰਿਆ ਅਰਮਗਾਨ ਉਹ ਹੋਰ ਬਿਆਨ ਦੇ ਰਿਹਾ, ਉਹ ਮੰਨ ਹੀ ਨਹੀਂ ਰਿਹਾ। ਤੇ ਹੁਣ ਦੇਖੀਏ ਊਂਠ ਕਿਹੜੇ ਕਰਵਟ ਬਹਿੰਦਾ, ਕੀ ਦਾ ਫੈਸਲਾ ਹੁੰਦਾ, ਇਹਨਾਂ ਦੇ ਬਿਆਨ ਹੀ ਨਹੀਂ ਰਲਦੇ। ਤੇ ਉਹ ਜਿਹੜਾ ਇਹਦਾ ਵਾਲਦ ਆ ਕਾਮਰਾਨ ਕੁਰੈਸ਼ੀ ਉਹ ਵੀ ਪਾਗਲਾਂ ਤਰ੍ਹਾਂ ਬੋਲਦਾ, ਪਤਾ ਨਹੀਂ ਹੁਣ ਉਹਦਾ ਵੀ ਟੈਸਟ ਹੋਣਾ ਚਾਹੀਦਾ ਵੈਸੇ ਪਤਾ ਲੱਗੇ ਵੀ ਉਹ ਬੌਂਗੀਆਂ ਐਵੇਂ ਹੀ ਮਾਰੀ ਜਾਂਦਾ ਜਾਂ ਹਕੀਕਤ ਗੱਲਾਂ ਕਰਦਾ ਜਾਂ ਉਹਦਾ ਦਿਮਾਗ ਵੀ ਠੀਕ ਆ। ਬਹਿਰਹਾਲ ਦੱਸਦੇ ਨੇ ਕਿ ਇਹਨਾਂ ਦਾ ਵਾਲਦ ਜਿਹੜਾ ਕਾਮਰਾਨ ਆ ਉਹ ਵੀ ਬਹੁਤ ਵੱਡਾ ਸਮਗਲਰ ਆ ਤੇ ਉਹ ਵਜੀਆ ਆਮਰ ਜਿਹੜੀ ਆ ਮੁਸਤਫਾ ਆਮਰ ਦੀ ਵਾਲਦਾ ਉਹ ਦੱਸਦੀ ਵੀ ਉਹ ਅਸਲ ਰੌਲਾ ਜਿਹੜਾ ਸੀ ਉਹ ਰਿਮਸ਼ਾ ਸ਼ਾਹਦ ਦੀ ਵਜ੍ਹਾ ਨਾਲ ਸ਼ੁਰੂ ਹੋਇਆ ਤੇ ਰਿਮਸ਼ਾ ਸ਼ਾਹਦ ਨੇ ਇਹਦੇ ਨਾਲ ਲੜਾਈ ਝਗੜਾ ਕੀਤਾ ਮੁਸਤਫਾ ਆਮਰ ਦੇ ਨਾਲ। ਉਹ ਮਨਾ ਕਰਦਾ ਸੀ ਵੀ ਤੂੰ ਕਿਸੇ ਲੜਕਿਆਂ ਜ਼ਿਆਦਾ ਨਾ ਮਿਲ ਤੇ ਉਹ ਕਹਿੰਦੀ ਸੀ ਤੂੰ ਜ਼ਿਆਦਾ ਮੈਨੂੰ ਇਸ ਤਰ੍ਹਾਂ ਨਾ ਕਰ, ਮੈਂ ਤੈਨੂੰ ਮਰਵਾ ਵੀ ਸਕਦੀ ਆ। ਤੇ ਉਹ ਹੁਣ ਜਿਹੜਾ ਆਖਰੀ ਕਿਰਦਾਰ ਆ ਨਾ ਇਹਦਾ ਰਿਮਸ਼ਾ ਸ਼ਾਹਦ, ਉਹ ਫਿਰ ਜਿਹੜੀ 12 ਫਰਵਰੀ ਨੂੰ ਨਾ ਬਾਹਰ ਨੱਸ ਗਈ ਸੀ ਤੇ ਉਹ ਹੁਣ ਇੰਟਰਪੋਲ ਦੇ ਜ਼ਰੀਏ ਉਹਨੂੰ ਬਾਹਰੋਂ ਗ੍ਰਿਫਤਾਰ ਕਰਕੇ ਲਿਆਇਆ ਜਾਏਗਾ। ਫਿਰ ਪਤਾ ਲੱਗੂਗਾ ਕਿ ਉਹ ਕੀ ਕਹਿੰਦੀ ਆ। ਉਹ ਜ਼ਿਆਦਾ ਸਾਰੇ ਪੋਲ ਖੋਲੇਗੀ ਇਹਨਾਂ ਦੇ ਤੇ ਹੁਣ ਉਹ ਦੇਖੀਏ ਕਦੋਂ ਗ੍ਰਿਫਤਾਰ ਹੁੰਦੀ ਆ, ਕਿਉਂਕਿ ਬਾਹਰ ਦੇ ਮੁਲਕਾਂ ਦੇ ਨਾਲ ਮੁਆਹਦਾ ਹੋਇਆ ਹੁੰਦਾ, ਇੱਕ ਦੂਸਰੇ ਦੇ ਮੁਲਕ ਕੋਈ ਡਰੱਗ ਸਮਗਲਰ ਆ ਜਾਏ ਤੇ ਉਹਨੂੰ ਵਾਪਸ ਕਰਨਾ। ਇਸੇ ਤਰ੍ਹਾਂ ਇਹ ਸਾਡੀ ਜਿਹੜੀ ਨੱਸ ਕੇ ਗਈ ਆ ਰਿਮਸ਼ਾ ਸ਼ਾਹਦ ਪਾਕਿਸਤਾਨੀ ਸ਼ਹਿਰੀਅਤ ਰੱਖਣੇ ਵਾਲੀ ਤੇ ਇਹਨੂੰ ਇੰਟਰਪੋਲ ਦੇ ਜ਼ਰੀਏ ਪਾਕਿਸਤਾਨ ਲਿਆਇਆ ਜਾਏਗਾ ਤੇ ਇਹਦੇ ਕੋਲੋਂ ਫਿਰ ਤਫਤੀਸ਼ ਕੀਤੀ ਜਾਊਗੀ। ਫਿਰ ਪਤਾ ਲੱਗੂ ਕਿ ਕਿਹੜਾ ਕਿੰਨਾ ਸੱਚਾ, ਕਿਹੜਾ ਕਿੰਨਾ ਕਸੂਰਵਾਰ ਆ। ਇਹ ਸੀ ਅੱਜ ਦਾ ਵਲੌਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। अस्सलामु अलैकुम व रहमतुल्लाहि व बरकातुहू।